ਪਾਵਰਕਾਮ ਮੀਟਰ ਰੀਡਰ ਯੂਨੀਅਨ ਵੱਲੋਂ ਲਗਭਗ 4.5 ਮਹੀਨੇ ਅਰਥਾਤ 16 ਅਪ੍ਰੈਲ 2022 ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਜੱਦੀ ਪਿੰਡ ਚੱਲ ਰਿਹਾ ਧਰਨਾ ਅੱਜ ਉਸ ਵੇਲੇ ਸਮਾਪਤ ਹੋ ਗਿਆ ਜਦੋਂ ਕੁਲਤਾਰ ਸਿੰਘ ਸੰਧਵਾ ਜੀ ਦੇ ਯਤਨਾਂ ਸਦਕਾ ਨਾਲ ਯੂਨੀਅਨ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਗਈਆਂ। ਉਹਨਾਂ ਨੂੰ ਆਫਰ ਲੈਟਰ ਦੇਣ ਲਈ ਪੁੱਜੇ ਕੁਲਤਾਰ ਸਿੰਘ ਸੰਧਵਾ ਦੇ ਛੋਟੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਵੀ ਉਚੇਚੇ ਤੌਰ ਤੇ ਪਹੁੰਚੇ। ਆਪਣੇ ਸੰਬੋਧਨ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਮੇਜਰ ਸਿੰਘ ਅਤੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਕਾਲੋਂ ਨੇ ਦੱਸਿਆ ਕਿ ਯੂਨੀਅਨ ਦੀਆਂ ਵੱਖ-ਵੱਖ ਲੀਡਰਾਂ ਅਫਸਰਾਂ ਅਤੇ ਮੰਤਰੀਆਂ ਨਾਲ ਮੀਟਿੰਗਾਂ ਹੋਈਆਂ। ਵਿਧਾਨ ਸਭਾ ਭਵਨ ਚੰਡੀਗੜ੍ਹ ਵਿਖੇ ਵੀ ਮੀਟਿੰਗ ਹੋਈ ਜਿਸ ਵਿੱਚ ਸਪੀਕਰ ਸਾਹਿਬ ਵੱਲੋਂ ਕੰਪਨੀਆਂ ਦੁਆਰਾ ਹੋ ਰਹੀ ਪ੍ਰਤੀ ਮਹੀਨਾ 2 ਤੋਂ 2.5 ਕਰੋੜ ਦੀ ਲੁੱਟ ਦਾ ਮਾਮਲਾ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ। ਮੀਟਰ ਰੀਡਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਬੰਦ ਕਰਕੇ ਬਿਲਿੰਗ ਦਾ ਕੰਮ ਡੇਲੀ ਵੇਜ ਜਾਂ ਵਰਕ ਚਾਰਜ ਤੇ ਰੱਖ ਕੇ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ। ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਮਹਿਕਮੇ ਨੂੰ ਹੋ ਰਹੇ ਵਿੱਤੀ ਨੁਕਸਾਨ ਨੂੰ ਰੋਕਿਆ ਜਾਵੇਗਾ। ਕੋਟਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੀ ਵਿਸ਼ੇਸ਼ ਰਿਪੋਰਟ। ਪਹਿਲੀ ਤਾਂ ਗੱਲ ਇਹ ਹੈ ਕਿ ਇਹਨੂੰ ਹਜੇ ਨਿਯੁਕਤੀ ਪੱਤਰ ਨਹੀਂ ਕਿਹਾ ਜਾ ਸਕਦਾ, ਇਹ ਸਾਰੇ ਆਫਰ ਲੈਟਰ ਨੇ। ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਆਪਾਂ ਜਿਸ ਵੇਲੇ ਬਿਜਲੀ ਬੋਰਡ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵੱਧ ਰਹੀ ਸੀ ਸਰਕਾਰ, ਉਦੋਂ ਆਪਾਂ ਅੰਦੋਲਨ ਕਰਦੇ ਹੁੰਦੇ ਸੀ ਕਿ ਲੋਕੋ ਜਾਗੋ, ਇਹ ਗਿਆ ਸਾਡੇ ਹੱਥ 'ਚੋਂ ਸਾਰਾ ਕੁਝ। ਉਦੋਂ ਸਾਡੇ ਲੋਕਾਂ ਨੇ ਇਹਨੂੰ ਸੀਰੀਅਸਲੀ ਨਹੀਂ ਲਿਆ, ਜਿਹਦਾ ਅੱਜ ਅਸੀਂ ਖਮਿਆਜਾ ਭੁਗਤ ਰਹੇ ਹਾਂ। ਮੇਰਾ ਖਿਆਲ ਹੈ ਇਕੱਲਾ ਬਿਜਲੀ ਬੋਰਡ ਨੂੰ ਛੱਡ ਦਿਓ ਤੁਸੀਂ, ਕੋਈ ਅਦਾਰਾ ਤਾਂ ਇੱਕ ਨਿਗਾਹ ਮਾਰ ਕੇ ਵੇਖੋ ਵੀ ਕੋਈ ਅਦਾਰਾ ਹੈ। ਟਰਾਂਸਪੋਰਟ ਵੀ ਮਤਲਬ ਪ੍ਰਾਈਵੇਟ ਗਈ, ਸਾਡੇ 에ਅਰਪੋਰਟ ਵੀ ਗਏ, ਸਾਡੇ BSN ਵਰਗੇ ਅਦਾਰੇ ਮਤਲਬ ਖਤਮ ਹੋ ਗਏ, ਸਾਡੀ LIC ਗਈ। ਤਾਂ ਮੇਰਾ ਕਹਿਣ ਦਾ ਭਾਵ ਹੈ ਕਿ ਜੋ ਸਿਸਟਮ ਹੈ, ਰੇਲਵੇ ਗਈ ਸਾਡੇ ਇੱਥੋਂ, ਸਾਰੇ ਦਾ ਸਾਰਾ ਸਿਸਟਮ ਪ੍ਰਾਈਵੇਟ ਵੱਲ ਨੂੰ ਵੱਧ ਰਿਹਾ ਹੈ, ਜਿਹਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪਏਗਾ। ਅੱਜ ਕੀ ਹੋ ਰਿਹਾ ਹੈ, ਇਹਨਾਂ ਬੱਚਿਆਂ ਨੇ ਲੜਾਈ ਲੜੀ, ਮੇਰਾ ਖਿਆਲ 5 ਮਹੀਨਿਆਂ ਤੋਂ ਬੈਠੇ ਨੇ। ਕੀ ਕਹਿ ਰਹੇ ਨੇ ਸਰਕਾਰ ਨੂੰ ਵੀ ਸਾਨੂੰ ਸਰਕਾਰੀ ਤੌਰ ਦੇ ਉੱਤੇ ਭਰਤੀ ਕਰ ਲਓ, ਸਰਕਾਰੀ ਨੌਕਰੀ ਦੇ ਦਿਓ ਸਾਨੂੰ। ਹੁਣ ਇਹਦੇ 'ਚ ਨੋਟ ਕਰੀਏ, ਜੇਕਰ ਬੜੀ ਹੈਰਾਨੀ ਆਊਗੀ ਗੱਲ ਨੂੰ, ਕਿ ਸਰਕਾਰ ਕੰਪਨੀ ਨੂੰ ਇਹਨਾਂ ਦੀ ਤਨਖਾਹ ਦੇ ਰੂਪ 'ਚ ਜਿਹੜੇ ਪੈਸੇ ਦਿੰਦੀ ਹੈ ਉਹ ਬਹੁਤ ਜ਼ਿਆਦਾ ਨੇ। ਲਗਭਗ ਇਹ ਮੰਨ ਲਓ ਵੀ 70% ਕੰਪਨੀ ਖਾ ਰਹੀ ਹੈ, ਸਿਰਫ 30% ਇਹਨਾਂ ਨੂੰ ਕੰਮ ਕਰਨ ਵਾਲਿਆਂ ਨੂੰ ਮਿਲ ਰਿਹਾ ਹੈ। ਤੇ ਜੇ ਸਰਕਾਰ ਯਾਰ ਉਹ 70% ਕੰਪਨੀ ਨੂੰ ਜਿਹੜੇ ਦਿੱਤੇ ਜਾ ਰਹੇ ਹੈ, ਉਹਦੇ ਚੋਂ 30% ਹੋਰ ਇਹਨਾਂ ਨੂੰ ਦੇ ਦੇਵੇ, ਸਿੱਧੇ ਭਰਤੀ ਕਰ ਲੇ, ਸਰਕਾਰ ਨੂੰ ਨਹੀਂ ਬਚਤ ਹੁੰਦੀ, ਸਰਕਾਰ ਨੂੰ ਵੀ ਬਚਦਾ ਹੈ। ਪਰ ਸਰਕਾਰਾਂ ਨੇ ਉਹਨਾਂ ਕੰਪਨੀਆਂ ਨੂੰ ਦੇਸ਼ ਵੇਚਣ ਦਾ ਠੇਕਾ ਚੱਕ ਲਿਆ, ਲਗਾਤਾਰ ਸਾਰਾ ਕੁਝ ਵੇਚਿਆ ਜਾ ਰਿਹਾ ਹੈ ਔਰ ਆਪਦੇ ਘਰ ਭਰਨ ਤੇ ਲੱਗੀਆਂ ਹੋਈਆਂ ਨੇ ਔਰ ਲਗਾਤਾਰ ਇਧਰਲੇ ਪਾਸੇ ਨੂੰ ਵਧੀਆਂ ਹੋਈਆਂ ਨੇ। ਕਿਹੜੀਆਂ ਸਰਕਾਰਾਂ? ਸਰਕਾਰ ਚਾਹੇ ਕੋਈ ਵੀ ਆ ਜਾਏ ਜੀ, ਮੈਨੂੰ ਤਾਂ ਸਰਕਾਰ ਕੋਈ ਵੀ ਮਤਲਬ ਪਿੱਛੇ ਹਟਦੀ ਨਜ਼ਰ ਨਹੀਂ ਆ ਰਹੀ। ਆ ਸਾਡੀ ਆਹ ਸਰਕਾਰ ਹੈ, ਇਹਨੇ ਵੀ ਵਾਅਦਾ ਕਰਿਆ ਸੀ, ਇਹ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਡੇ, ਮੈਨੂੰ ਹੁਣ ਕੁਝ ਗੱਲਾਂ ਤੋਂ ਲੱਗਿਆ ਵੀ ਸ਼ਾਇਦ ਪੋਜ਼ਿਟਿਵ ਕੋਈ ਦਿਨ ਆ ਜਾਣ। ਅੱਜ ਦੋ ਲੀਡਰ ਜੇ ਇਹਨਾਂ ਨੇ ਫੜੇ ਆ ਇਹਨਾਂ ਦੇ, ਪਰ ਇੱਕ ਗੱਲ ਇਹ ਆ ਵੀ ਇਹਨਾਂ ਨੇ ਪਹਿਲੀਆਂ 'ਚ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਆਹ ਬਾਦਲ ਕਿਆ ਨੇ, ਆਹ ਅਕਾਲੀਆਂ ਨੇ ਆਹ ਸਮਝੌਤੇ ਕਰ ਲਏ, ਬਿਜਲੀ ਦੇ ਆਹ ਸਮਝੌਤੇ ਕਰ ਲਏ, ਇੰਨੀ ਮਹਿੰਗੀ ਬਿਜਲੀ ਦੇ ਸਮਝੌਤੇ ਕਰ ਲਏ। ਉਹ ਕੰਟਰੈਕਟ ਅੱਜ ਤੂੰ ਤਾਕਤ 'ਚ ਬੈਠਾ, ਸਾਰੇ ਰੱਦ ਕਰਦੇ, ਰੱਦ ਕਰਕੇ ਨਿਪਟਾ ਦੇ। ਸਿਆਪਾ ਲੋਕਾਂ ਨੂੰ ਤਾਂ ਸੌਖੇ ਕਰਦੇ, ਪੰਜਾਬ ਨੂੰ ਤਾਂ ਬਚਾ ਲਾ। ਅਗਰ ਨਹੀਂ ਬਚਾਇਆ ਜਾਂਦਾ ਤਾਂ ਫਿਰ ਸਮਝ ਲਓ ਉਸੇ ਲਾਈਨ ਤੇ ਚੱਲੇ। ਅੱਜ ਦੇ ਦਿਨ 'ਚ ਜਿਹੜਾ ਇਹ ਬੱਚਿਆਂ ਦਾ ਧਰਨਾ ਜਿਹੜਾ ਖਤਮ ਹੋ ਰਿਹਾ, ਉਹਦੇ ਬਾਰੇ ਕੀ ਕਹਿਣਾ? ਦੇਖੋ, ਬੱਚੇ ਧਰਨਾ ਅੱਜ ਖਤਮ ਕਰ ਰਹੇ ਨੇ ਆਫਰ ਲੈਟਰ ਦੇ ਉੱਤੇ। ਬਹੁਤ ਸਾਰੀਆਂ ਮਜਬੂਰੀਆਂ ਇਹਨਾਂ ਨੂੰ, ਸਰਕਾਰੀ ਨੌਕਰੀਆਂ ਤੁਹਾਡੇ ਕੋਲੇ ਪਈਆਂ ਨੇ, ਬੇਰੁਜ਼ਗਾਰੀ ਦਿਨੋਂ ਦਿਨ ਵੱਧ ਰਹੀ ਹੈ। ਇਸੇ ਢੰਗ ਨਾਲ ਬੇਰੁਜ਼ਗਾਰੀ ਵੱਧਦੀ ਰਹੀ ਤਾਂ ਸਾਡਾ ਯੂਥ ਗਲਤ ਕੰਮਾਂ ਵੱਲ ਨੂੰ ਵਧੇਗਾ। ਜੀਵਨ ਦੀਆਂ ਲੋੜਾਂ ਹੀ ਨਾ ਜਦੋਂ ਪੂਰੀਆਂ ਹੋਈਆਂ, ਫਿਰ ਉਹ ਲੋੜਾਂ ਪੂਰੀਆਂ ਕਰਨ ਵਾਸਤੇ ਕਿਤੋਂ ਨਾ ਕਿਤੋਂ ਪੈਸਾ ਦਾ ਅਰੇਂਜ ਕਰਨਾ ਪਏਗਾ ਨਾ। ਉਹ ਗਲਤ ਤਰੀਕੇ ਨਾਲ ਪੈਸਾ ਅਰੇਂਜ ਕਰੇਗਾ, ਤੇ ਜੇ ਗਲਤ ਤਰੀਕੇ ਨਾਲ ਪੈਸਾ ਅਰੇਂਜ ਕਰੇਗਾ ਤਾਂ ਮੁਜਰਮ ਬਣੇਗਾ। ਇਸ ਕਰਕੇ ਸਾਡੀ ਸੁਸਾਇਟੀ ਨੂੰ, ਸਾਡੇ ਯੂਥ ਨੂੰ ਮੁਜਰਮ ਬਣਨ ਤੋਂ ਬਚਾਉਣ ਦੇ ਲਈ ਰੁਜ਼ਗਾਰ ਦਿਓ, ਰੁਜ਼ਗਾਰ ਸਰਕਾਰੀ ਨੌਕਰੀਆਂ ਦਿਓ। ਥਾਂ ਥਾਂ ਦੇ ਉੱਤੇ ਧਰਨੇ ਲੱਗ ਰਹੇ ਨੇ। ਮਾਨ ਸਾਹਿਬ ਨੂੰ ਸਾਡੀ ਅਪੀਲ ਹੈ ਕਿ ਉਹ ਗੱਲਾਂ ਯਾਦ ਕਰਨ ਜਦੋਂ ਕਹਿੰਦੇ ਸੀ ਕਿ ਬਿਲਕੁਲ ਕੋਈ ਧਰਨਾ ਨਹੀਂ ਲੱਗੇਗਾ, ਮੈਨੂੰ ਮੇਰਾ ਸਮਾਂ ਦਿਓ,
ਕੋਈ ਟੈਂਕੀ ਤੇ ਨਹੀਂ ਚੜੇਗਾ, ਮੈਨੂੰ ਸਮਾਂ ਦਿਓ। ਅੱਜ ਉਹ ਕੁਝ ਹੋ ਰਿਹਾ। ਮਾਨ ਸਾਹਿਬ ਕਿਰਪਾ ਕਰਕੇ ਬੱਚਿਆਂ ਦਾ ਸਾਥ ਦਿਓ, ਨਹੀਂ ਤਾਂ ਫਿਰ ਅਗਰ ਇਹਨਾਂ ਜਵਾਕਾਂ ਨੂੰ ਇਕੱਲੇ ਇਹ ਨਹੀਂ ਹੈ, ਸਾਡੇ ਹੀ ਨਹੀਂ, ਮਜ਼ਦੂਰ ਦਾ ਬੱਚਾ ਹੈ, ਕਿਸਾਨ ਦਾ ਬੱਚਾ ਹੈ। ਆ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਊਗਾ ਫਾਰਮਾਸਿਸਟ ਮੁੰਡੇ ਹੜਤਾਲ ਤੇ ਬੈਠੇ ਨੇ, ਸਰਕਾਰ ਦੇ ਬਿਲਕੁਲ ਕੰਨਾਂ ਦੇ ਵਿੱਚ ਕੌੜਾ ਤੇਲ ਪਾਇਆ ਹੈ, ਸੁਣ ਹੀ ਨਹੀਂ ਰਿਹਾ, ਦੇਸ਼ ਹੀ ਨਹੀਂ ਰਿਹਾ। ਸਾਡੇ ਜਾਨਵਰ ਮਰੀ ਜਾਂਦੇ ਆ, ਪਸ਼ੂ ਮਰੀ ਜਾਂਦੇ ਆ, ਔਰ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ। ਉਦੋਂ ਵੀ ਅਸੀਂ ਫਾਰਮਾਸਿਸਟਾਂ ਨੂੰ ਅਪੀਲ ਕੀਤੀ, ਯਾਰ ਤੁਸੀਂ ਆ ਜਾਓ, ਅਸੀਂ ਤੁਹਾਡੇ ਨਾਲ ਖੜਾਂਗੇ। ਤੋ ਇਸ ਕਰਕੇ ਸਾਡਾ ਪਰਿਵਾਰ ਹੈ, ਅਗਰ ਇਹਨਾਂ ਦੀ ਗੱਲ ਨਹੀਂ ਸੁਣਨਗੇ ਤਾਂ ਫਿਰ ਸਾਨੂੰ ਇਹਨਾਂ ਦੇ ਨਾਲ ਖੜਨਾ ਪਊਗਾ। ਸਾਡੀਆਂ ਮਜਬੂਰੀਆਂ ਬਣਨੀਆਂ। ਸਾਡੀ ਅਪੀਲ ਆ ਸਰਕਾਰ ਨੂੰ ਕਿ ਮੁੜ ਦੁਬਾਰਾ ਸਰਕਾਰੀ ਨੌਕਰੀਆਂ ਵੱਲੋਂ ਆਪਾਂ ਵਧੀਏ, ਆਪਣੇ ਯੂਥ ਨੂੰ ਸੰਭਾਲੀਏ, ਤਾਂ ਕਿ ਸਾਡਾ ਯੂਥ ਉਹਨਾਂ ਲੋਕਾਂ ਦੇ ਸਕੰਜੇ 'ਚ ਨਾ ਆ ਜੇ, ਉਹਨਾਂ ਲੋਕਾਂ ਦੇ ਕਬਜ਼ੇ 'ਚ ਨਾ ਆ ਜੇ ਜਿਹੜੇ ਇਸ ਤਾਕਤ ਨੂੰ ਵਰਤ ਕੇ ਇੱਥੇ ਪੰਜਾਬ ਦਾ, ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਉਹਨਾਂ ਤੋਂ ਬਚਾਉਣ ਲਈ ਸਾਨੂੰ ਇਹਨਾਂ ਨੂੰ ਰੁਜ਼ਗਾਰ ਦੇਣਾ ਅਤੀ ਜ਼ਰੂਰੀ ਹੈ। ਪ੍ਰਧਾਨ ਪੰਜਾਬ ਅੱਜ ਦੇ ਜਿਹੜੇ ਸਾਨੂੰ ਆਫਰ ਲੈਟਰ ਮਿਲੇ ਆ, ਇਹ ਕਿਤੇ ਨਾ ਕਿਤੇ ਸਪੀਕਰ ਸਾਹਿਬ ਸੰਧਵਾ ਸਾਹਿਬ ਦੀ ਦੇਣ ਹੈ, ਤੇ ਜਿਹੜਾ ਪਿਛਲਾ ਬਕਾਇਆ ਉਹ ਵੀ ਇਹਨਾਂ ਦੇ ਕਰਕੇ ਮਿਲ ਰਿਹਾ, ਕਿਉਂਕਿ ਬਿਜਲੀ ਮੰਤਰੀ ਸਾਹਿਬ ਤੋਂ ਜਿੰਨੀਆਂ ਸਾਨੂੰ ਆਸਾਂ ਸੀਗੀਆਂ ਉਹਨਾਂ ਸਾਰੀਆਂ ਆਸਾਂ ਤੇ ਉਹਨਾਂ ਵੱਲੋਂ ਪਾਣੀ ਹੀ ਫੇਰਿਆ ਗਿਆ। ਕਿਉਂਕਿ ਸਾਡੀ ਮੰਗ ਜਿਹੜੀ ਬਿਜਲੀ ਮੰਤਰੀ ਸਾਹਿਬ ਤੋਂ ਇਹੀ ਰਹੀ ਹੈ ਕਿ ਭਾਈ ਸਾਡੀ ਜਿਹੜਾ ਇਨ ਹਾਊਸ ਰੀਡਿੰਗ ਕਰਵਾਉਣੀ ਹੈ ਉਸ ਵੱਲ ਧਿਆਨ ਦਿੱਤਾ ਜਾਵੇ। ਪਰ ਇਸ ਤੋਂ ਬਿਜਲੀ ਮੰਤਰੀ ਸਾਹਿਬ ਮੰਨ ਲਓ ਵਾਰ-ਵਾਰ ਆਪਣੀ ਗੱਲ ਤੋਂ ਮੁੱਕਰਦੇ ਨਜ਼ਰ ਆਏ। ਚਲੋ ਸੰਧਵਾ ਸਾਹਿਬ ਨੇ, ਸਪੀਕਰ ਸਾਹਿਬ ਨੇ ਧਿਆਨ ਦਿੱਤਾ ਤੇ ਚਲੋ ਸਾਡੇ ਜਿਹੜੇ ਬਕਾਏ ਰਹਿੰਦੇ ਬਕਾਏ ਆ, ਜੋ ਪਿਛਲੇ 2-2 ਸਾਲਾਂ ਦੇ ਬਕਾਏ ਸੀਗੇ, ਉਹ ਬਕਾਏ ਸਾਨੂੰ 15 ਦਿਨਾਂ ਦੇ ਵਿੱਚ ਸਾਡੇ ਸਾਰੇ ਸਾਥੀਆਂ ਦੇ ਖਾਤਿਆਂ ਦੇ ਵਿੱਚ ਪਾਉਣ ਦੀ ਮਹਿਕਮੇ ਨੇ, PSPCL ਨੇ ਲਿਖਤੀ ਦੇ ਵਿੱਚ ਲੈਟਰ ਦਿੱਤੀਆਂ। ਇਹ ਰੀਜੁਆਇਨਿੰਗ ਆਫਰ ਲੈਟਰ ਤੁਹਾਨੂੰ ਪ੍ਰੋਵਾਈਡ ਕਰਵਾਏਗਾ ਕੰਪਨੀ ਵੱਲੋਂ? ਹਾਂਜੀ, ਇਹ ਜਿਹੜੇ ਆਫਰ ਲੈਟਰ ਹੈ ਜੀ, ਇਹ ਸਾਨੂੰ ਕੰਪਨੀ ਵੱਲੋਂ ਪ੍ਰੋਵਾਈਡ ਕਰਾਇਆ ਗਿਆ। ਜੁਆਇਨਿੰਗ ਲੈਟਰ ਸਾਨੂੰ ਵਿਦਿਨ 5 ਤੋਂ 10 ਦਿਨ ਦੇ ਵਿੱਚ ਸਾਡੇ ਸਾਥੀਆਂ ਨੂੰ ਦੇ ਦਿੱਤੇ ਜਾਣਗੇ। ਪਰ ਸਾਡੀ ਸਰਕਾਰ ਤੋਂ, ਪੰਜਾਬ ਸਰਕਾਰ ਤੋਂ, ਸਪੀਕਰ ਸਾਹਿਬ ਤੋਂ ਤੇ ਬਿਜਲੀ ਮੰਤਰੀ ਤੋਂ ਇਹਨਾਂ ਤੋਂ ਮੰਗ ਇਹੀ ਹੈ ਵੀ ਚਲੋ ਅਸੀਂ 5 ਮਹੀਨੇ ਇਸ ਧਰਨੇ ਦੇ ਉੱਤੇ ਬੈਠੇ ਰਹੇ ਹਾਂ, ਸ਼ਾਂਤਮਈ ਵਧੀਆ ਤਰੀਕੇ ਨਾਲ ਬੈਠੇ ਰਹੇ ਹਾਂ। ਆਉਣ ਵਾਲੇ 6 ਮਹੀਨੇ ਅਸੀਂ ਫਿਰ ਇਸੇ ਤਰ੍ਹਾਂ ਹੀ ਕੰਪਨੀਆਂ ਦੇ ਵਿੱਚ, ਕਿਉਂਕਿ ਸਰਕਾਰ ਕਹਿੰਦੀ ਸਮਾਂ ਦਿਓ, ਅਸੀਂ ਸਮਾਂ ਹੋਰ 6 ਮਹੀਨੇ ਦਾ ਦੇ ਰਹੇ ਹਾਂ। 1 ਮਾਰਚ ਤੱਕ ਅਸੀਂ ਇਸੇ ਤਰ੍ਹਾਂ ਕੰਪਨੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਕੰਮ ਕਰਾਂਗੇ, ਤੇ 1 ਤਰੀਕ ਤੋਂ ਜਿਹੜਾ ਇਹ ਕੰਪਨੀਆਂ ਦੇ ਅਧੀਨ ਕੰਮ, ਕਿਉਂਕਿ ਅਸੀਂ ਕੰਪਨੀਆਂ ਦੇ ਅਧੀਨ ਕੰਮ ਕਰਨਾ ਨਾ ਅੱਜ ਚਾਹੁੰਦੇ ਆ ਨਾ ਕੱਲ ਨੂੰ ਚਾਹੁੰਦੇ ਆ, ਅੱਗੇ ਵੀ ਨਹੀਂ ਕਰਾਂਗੇ। ਕਿਉਂਕਿ ਜੇ ਅਸੀਂ ਕਰਾਂਗੇ ਫਿਰ ਸਾਡੇ ਬੱਚੇ ਵੀ ਕਰਨਗੇ, ਫਿਰ ਜੇ ਸਾਡੇ ਬੱਚੇ, ਅਸੀਂ ਨਹੀਂ ਚਾਹੁੰਦੇ ਅਸੀਂ ਬੱਚਿਆਂ ਨੂੰ, ਕਿਉਂਕਿ ਜੇ ਅਸੀਂ ਕੰਪਨੀਆਂ 'ਚ ਬੱਚਿਆਂ ਨੂੰ ਲਵਾਉਣਾ, ਇਦੋਂ ਚੰਗਾ ਸੀ ਆਪਦੇ ਬੱਚਿਆਂ ਨੂੰ ਵਿਦੇਸ਼ ਲੈ ਕੇ ਇੱਥੋਂ ਚਲੇ ਜਾਈਏ। ਗੁਰਵਿੰਦਰ ਜੀ, ਪੰਜਾਬ 'ਚ 1595 ਨੇ, ਸਾਰੇ ਸੈਟੀਸਫਾਈਡ ਨੇ? ਨਹੀਂ ਜੀ, 1595 ਦੇ ਵਿੱਚੋਂ ਸਾਡੇ ਜਿਹੜੇ ਸਾਥੀ ਸੀਗੇ 1400 ਸਾਥੀ ਆਲਰੇਡੀ ਪਹਿਲਾਂ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਆ। ਅਸੀਂ ਜਿਹੜਾ 100 ਸਾਥੀ ਸੀਗੇ, ਅਸੀਂ ਧਰਨੇ ਦੇ ਉੱਤੇ ਬੈਠ ਗਏ। ਪਰ ਵੱਡੀ ਗੱਲ ਇਹ ਆ, ਸਾਡੇ 100 ਸਾਥੀਆਂ ਦੇ 5 ਮਹੀਨੇ ਬੈਠਣ ਨਾਲ ਅੱਜ 1600 ਸਾਥੀਆਂ ਨੂੰ ਪੁਰਾਣਾ ਜਿਹੜਾ ਬਕਾਇਆ, ਕਿਸੇ ਦਾ ਲੱਖ, ਕਿਸੇ ਦਾ 1.5 ਲੱਖ, ਉਹਨਾਂ ਦੇ ਖਾਤਿਆਂ ਦੇ ਵਿੱਚ ਜਾਣਾ। ਸੈਟੀਸਫਾਈਡ ਨੇ ਸਾਰੇ? ਹਾਂਜੀ, ਕਿਉਂਕਿ ਸੰਘਰਸ਼ ਲੜਨਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਕਿਤੇ ਸੰਘਰਸ਼ ਹੁੰਦਾ ਤਾਂ ਸਾਰੇ ਹੀ ਲੜਨ। ਜੇ ਸਾਰੇ ਲੜ ਲੈਣ ਤੇ ਫਿਰ ਸੰਘਰਸ਼ ਕਿਤੇ ਨਾ ਕਿਤੇ ਸਿਰੇ ਚੜ੍ਹ ਵੀ ਸਕਦਾ। ਅੱਜ ਜੇ ਸਾਡਾ ਮੰਨ ਲਓ ਕਿਤੇ ਨਾ ਕਿਤੇ ਸਾਡਾ ਜਿਹੜਾ ਰੋਜ਼ਗਾਰ ਪੱਕਾ ਨਹੀਂ ਹੋਇਆ, ਇਹਦਾ ਵੱਡਾ ਕਾਰਨ ਇਹੀ ਆ ਵੀ ਸਾਡੇ ਆਪਦੇ ਸਾਥੀਆਂ ਨੇ ਸਾਡਾ ਸਾਥ ਨਹੀਂ ਦਿੱਤਾ। ਜਿਹੜੇ ਪਿਛਲੇ ਬਕਾਏ ਆ, ਜਿਹੜੀਆਂ ਕੰਪਨੀਆਂ ਬਕਾਏ ਲੈ ਕੇ ਭੱਜ ਜਾਂਦੀਆਂ, ਉਹ ਜਿਹੜੇ ਬਕਾਏ ਆ ਸਾਨੂੰ ਦਵਾਏ ਜਾਣ। ਉਸ ਮੰਗ ਨੂੰ ਸਪੀਕਰ ਸਾਹਿਬ ਨੇ PSPCL ਨੂੰ, CMD ਬਲਦੇਵ ਸਿੰਘ ਸਰਾਂ ਨੂੰ ਕਹਿ ਕੇ ਉਹ ਬਕਾਏ ਤਕਰੀਬਨ 15 ਦਿਨਾਂ ਦੇ ਵਿੱਚ ਸਾਡੇ ਖਾਤਿਆਂ ਵਿੱਚ ਪਾਉਣ ਦਾ ਲਿਖਤੀ ਰੂਪ ਦੇ ਵਿੱਚ ਸਾਨੂੰ ਪੱਤਰ ਦੇ ਦਿੱਤੇ ਗਏ। ਫਿਲਹਾਲ ਸਪੀਕਰ ਸਾਹਿਬ ਵੱਲੋਂ ਤੇ CMD ਸਾਹਿਬ ਵੱਲੋਂ ਤੇ ਬਿਜਲੀ ਮੰਤਰੀ ਸਾਹਿਬ ਵੱਲੋਂ ਇਹ ਕਿਹਾ ਗਿਆ ਵੀ ਫਿਲਹਾਲ 1 ਵਾਰ ਤੁਸੀਂ ਕੰਪਨੀਆਂ ਜੁਆਇਨ ਕਰ ਲਓ। ਅਸੀਂ ਵੀ ਕੰਪਨੀਆਂ ਜੁਆਇਨ ਕਰ ਰਹੇ ਹਾਂ, ਸਰਕਾਰ ਨੂੰ ਵੀ ਸਮਾਂ ਦੇ ਰਹੇ ਹਾਂ। ਭਾਈ 6 ਮਹੀਨੇ ਦਾ ਸਮਾਂ ਹੈ। ਕਿਸੇ ਕੰਪਨੀ ਨਾਲ ਕੋਈ ਹਿਸਾਬ ਕਿਤਾਬ, ਕੋਈ ਉਹਨਾਂ ਦਾ ਪਲੱਸ ਮਾਈਨਸ ਕਰਨਾ, ਉਹਨਾਂ ਨੂੰ ਕਰਕੇ ਕੰਪਨੀਆਂ ਨੂੰ ਬਾਹਰ ਕਰੋ ਤੇ ਸਾਨੂੰ ਸਿੱਧੇ ਤੌਰ ਤੇ ਬਿਜਲੀ ਬੋਰਡ ਦੇ ਵਿੱਚ ਸਰਕਾਰੀ ਤੌਰ ਤੇ ਮੁਲਾਜ਼ਮ ਬਣਾ ਕੇ ਲੈ ਕੇ ਆਓ, ਕਿਉਂਕਿ ਅਸੀਂ ਇੱਜ਼ਤਦਾਰ ਤੇ ਇਮਾਨਦਾਰ ਦੀ ਰੋਟੀ ਖਾਣੀ ਚਾਹੁੰਦੇ ਹਾਂ। ਮੈਂ ਪਾਵਰਕਾਮ ਮੀਟਰ ਰੀਡਰ ਯੂਨੀਅਨ ਆਜ਼ਾਦ ਦਾ ਪੰਜਾਬ ਪ੍ਰਧਾਨ ਹਾਂ ਜੀ। ਅੱਜ ਜੋ ਇਹ ਆਫਰ ਲੈਟਰਾਂ ਸਾਨੂੰ ਮਿਲੀਆਂ, ਜਾਣੀ ਕਿ ਇਹਦੇ ਤੇ ਸਾਡਾ ਮਨ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਆ ਜੀ, ਲੇਕਿਨ ਸਾਡੇ ਸਾਥੀਆਂ ਦੀ ਮਜਬੂਰੀ ਬਣ ਗਈ। ਅਸੀਂ 5 ਮਹੀਨਿਆਂ ਤੋਂ ਇੱਥੇ ਬੈਠੇ ਆ ਜੀ। ਖਾਣੇ ਵੱਲੋਂ ਕਹਿ ਲਓ ਜਾਂ ਘਰ ਦੇ ਪਰਿਵਾਰਕ ਆਰਥਿਕ ਤੰਗੀ ਖਾਸ ਕਰਕੇ ਜਿਹੜੀ ਮੇਨ ਆ ਜੀ, ਉਹ ਆਰਥਿਕ ਤੰਗੀ ਨਾਲ ਜੂਝਦੇ ਜਿਹੜੇ ਸਾਡੇ ਸਾਥੀ ਆ, ਉਹ ਸੰਘਰਸ਼ੇ ਤੋਂ ਗਾਂਹ ਲੜਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਕਰਕੇ ਸਾਡੀ ਮਜਬੂਰੀ ਬਣ ਗਈ ਵੀ ਸਾਨੂੰ ਉਹਨਾਂ ਕੰਪਨੀਆਂ ਦਾ ਦੁਆਰਾ ਗੁਲਾਮ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਜੀ। ਕਿਉਂਕਿ ਅੱਜ ਜੇ ਅਸੀਂ ਕਹੀਏ ਵੀ ਇਹਨਾਂ ਤੋਂ ਬੜੇ ਖੁਸ਼ ਹਾਂ ਜਾਂ ਕੁਝ ਵੀ ਆ, ਅਸੀਂ ਉੱਥੇ ਅਸੀਂ 5 ਮਹੀਨੇ ਦਾ ਜਿਹੜਾ ਸਾਡਾ ਸੰਘਰਸ਼ ਆ ਇਹ ਫਿਜ਼ੂਲ ਗਿਆ। ਨਹੀਂ, ਤੁਹਾਡੇ ਸਾਥੀ ਕਹਿੰਦੇ ਸੰਤੁਸ਼ਟ ਆ? ਸੰਤੁਸ਼ਟ ਹੈਗੇ, ਹੁਣ ਕੀ ਕਰੀਏ, ਮਜਬੂਰੀ ਆ, ਕਹਿਣਾ ਪੈ ਰਿਹਾ ਵੀ ਸੰਤੁਸ਼ਟ ਆ, ਪਰ ਜਿਹੜਾ ਸਹੀ ਸੰਤੁਸ਼ਟ ਨਹੀਂ ਆ।
ਕਿਉਂਕਿ ਹੁਣ ਅਸੀਂ ਜਾਵਾਂਗੇ ਕੰਮ ਕਰਾਂਗੇ, ਚਲ ਬੱਚੇ ਆ ਜਿਹੜੇ ਹੁਣ ਜਮਾ ਹੀ ਆ ਰੋਟੀ ਤੋਂ ਸੰਤੁਸ਼ਟੀ ਨੇ ਵੀ ਜਾ ਕੇ ਥੋੜਾ ਬਹੁਤਾ ਉਹਨਾਂ ਨੂੰ ਖਰਚਾ ਪਾਣੀ ਮਿਲੂਗਾ ਵੀ ਚਲੋ ਬਾਹਰ ਆਪਦਾ ਕਮਾਈ ਕਰਨਗੇ, ਲੇਕਿਨ ਉਹ ਕੰਪਨੀਆਂ ਦਾ ਸ਼ੋਸ਼ਣ ਉਵੇਂ ਹੋਊਗਾ, ਲੁੱਟ ਉਵੇਂ ਜਾਰੀ ਰਹੂਗੀ। ਜਿਹੜੀ 3 ਤੋਂ 4 ਕਰੋੜ ਰੁਪਏ ਦੀ ਮਹੀਨੇ ਦੀ ਲੁੱਟ ਆ ਨਾ, ਉਹ ਉਸੇ ਤਰ੍ਹਾਂ ਜਾਰੀ ਰਹੂਗੀ ਜਿੰਨਾ ਚਿਕਰ ਸਾਨੂੰ ਮਹਿਕਮਾ ਆਪਦੇ ਥਰੂ ਨਹੀਂ ਲੈਂਦਾ। ਜਦੋਂ ਮਹਿਕਮੇ ਨੇ ਸਾਨੂੰ ਆਪਦੇ ਥਰੂ ਲੈ ਲਿਆ, ਵੇਖੋ ਸਰਕਾਰ ਨੂੰ ਫਾਇਦਾ ਹੋਊਗਾ। ਪਰ ਅਸੀਂ ਇੱਥੇ ਬੈਠੇ ਆ, ਸਾਨੂੰ 5 ਮਹੀਨੇ ਹੋ ਗਏ। ਸਾਨੂੰ ਸਪੀਕਰ ਸਾਹਿਬ ਦਾ ਧੰਨਵਾਦ ਆ, ਅਸੀਂ ਉਹਨਾਂ ਨੇ ਸਾਨੂੰ ਜਾਣ ਕੇ ਜੋ ਵੀ ਇੱਥੇ ਆਪਦੇ ਰੱਖਿਆ ਜਾਂ ਕਿਵੇਂ ਵੀ ਆ ਰਹੇ ਆ, ਪਰ ਸਾਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਤਕਲੀਫ ਨਹੀਂ ਆਈ, ਕਿਉਂਕਿ ਉਹਨਾਂ ਦੀ ਬਦੌਲਤ ਹੀ ਅੱਜ ਸਾਨੂੰ ਜਿਹੜਾ ਤਨਖਾਹ ਜਿਹੜੀ ਬਕਾਏ ਸਾਨੂੰ ਉਹ ਮਿਲਣ ਲੱਗੇ ਆ। ਇਸ ਕਰਕੇ ਅਸੀਂ ਸਪੀਕਰ ਸਾਹਿਬ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਇਹਨਾਂ ਦੇ ਆਪਸੀ ਮਤਭੇਦ ਹੋਣ ਕਾਰਨ ਸਾਡਾ ਜਿਹੜਾ ਸੰਘਰਸ਼ ਥੋੜਾ ਜਿਹਾ ਨਾਕਾਮ ਰਿਹਾ। ਸਾਡੇ ਆਪਦੇ ਸਾਥੀ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ, ਉਹਨਾਂ ਦੀ ਬਦੌਲਤ ਸਾਡਾ ਇਹ ਸੰਘਰਸ਼ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ। ਲੇਕਿਨ ਇਹ ਸੰਘਰਸ਼ ਤੇ ਖਤਮ ਨਹੀਂ ਹੋਊਗਾ। 6 ਮਹੀਨੇ ਦਾ ਸਰਕਾਰ ਨੇ ਸਮਾਂ ਮੰਗਿਆ। 6 ਮਹੀਨੇ ਤੋਂ ਬਾਅਦ 31 ਮਾਰਚ ਤੱਕ ਜੋ ਵੀ ਆ ਇਹਨਾਂ ਦਾ ਹੈਗਾ, ਅਸੀਂ ਇਹ ਦੁਬਾਰਾ ਸੰਘਰਸ਼ ਫਿਰ ਵਿੱਢਾਂਗੇ। ਉਹਨਾਂ ਚਿਕਰ ਜਿਹੜਾ ਸਾਡਾ ਰੋਜ਼ਗਾਰ ਆ ਕੰਪਨੀਆਂ ਦੇ ਥਰੂ ਚੱਲਦਾ ਰਹੂਗਾ। ਜੇ ਹਜੇ ਵੀ ਇਹਨਾਂ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਵੀ ਇਹਨਾਂ ਨੂੰ ਉੱਥੇ ਹੀ ਥਾਵਾਂ ਤੇ ਬਹਾਲ ਕੀਤਾ ਜਾਊਗਾ, ਉੱਥੇ ਹੀ ਕੰਮ ਦਿੱਤਾ ਜਾਊਗਾ, ਉਹ ਜੇ 8700 ਸਾਡੀ ਤਨਖਾਹ ਪਾਈ ਜਾਊਗੀ। ਲੇਕਿਨ ਹੁਣ ਸਮਾਂ ਦੱਸੂਗਾ ਵੀ ਸਾਨੂੰ 8700 ਆਉਂਦੀ ਆ ਜਾਂ ਸਾਨੂੰ ਉਹਨਾਂ ਥਾਵਾਂ ਤੇ ਕੰਮ ਕਰਨ ਲਈ ਦੁਬਾਰਾ ਭੇਜਿਆ ਜਾ ਰਿਹਾ ਜਾਂ ਸਾਨੂੰ ਸਹੀ ਕੰਮ ਦਿੱਤਾ ਜਾਂਦਾ। ਇਹ ਹੁਣ ਅਜਵਾਇਨਿੰਗ ਲੈਟਰਾਂ ਤੋਂ ਬਾਅਦ ਹੀ ਪਤਾ ਲੱਗੂਗਾ, ਕਿਉਂਕਿ ਅਗਲੀ ਕਾਰਵਾਈ ਉਹਨਾਂ ਨੇ ਇੱਕ ਵਾਰ ਦੇ ਦਿੱਤੀ ਆ। ਉਦੋਂ ਬਾਅਦ ਉਹਦੇ ਤੇ ਕਿੰਨਾ ਅਮਲ ਹੁੰਦਾ ਵਾ ਇਹ 10 ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ। ਉਦੋਂ ਅਗਲੀ ਕਾਰਵਾਈ ਜਿਹੜੀ ਆ ਉਸ ਤੋਂ ਬਾਅਦ ਚ ਕੀਤੀ ਜਾਊਗੀ। ਮਗਰਲੀਆਂ ਸਰਕਾਰਾਂ ਦੇ ਸਮਝੌਤੇ ਸੀਗੇ, ਉਹਨਾਂ ਨੇ ਬਿਨਾਂ ਦੱਸਿਆ ਇਹਨਾਂ ਨੂੰ ਸਮਝੌਤੇ ਆਪਦੇ ਜੋ ਵੀ ਆ ਰੱਦ ਕਰਤੇ। ਇਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਇਆ ਮੀਟਰ ਰੀਡਰਾਂ ਨਾਲ। ਉਸ ਤੋਂ ਬਾਅਦ ਸਰਕਾਰਾਂ ਬਦਲ ਗਈਆਂ, ਮਾਨ ਸਾਹਿਬ ਦੀ ਗਵਰਨਮੈਂਟ ਵਾਲੀ ਸਰਕਾਰ ਆ ਗਈ। ਪਰ ਅੱਜ ਇਹਨਾਂ ਨੂੰ ਆਸ ਦੀ ਕਿਰਨ ਦਿੱਤੀ ਆ, ਇਹਨਾਂ ਦੇ ਸਿਰ ਤੇ ਮਾਨ ਸਾਹਿਬ ਦੀ ਸਰਕਾਰ ਨੇ ਹੱਥ ਧਰਿਆ, ਬਕਾਏ ਦਿੱਤੇ ਔਰ ਇਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਆ। ਉਵੇਂ ਰੀਇਨਸਟੇਟ ਹੋਣਗੇ, ਆਪਦੀ ਇੱਛਾ ਨਾਲ ਉੱਠ ਰਹੇ ਨੇ। ਉਹ ਕਹਿੰਦੇ ਨਿਯੁਕਤੀ ਪੱਤਰ ਨਹੀਂ ਜੀ, ਆਫਰ ਲੈਟਰ ਨੇ ਜੋ ਵੀ ਆਪਦੀ ਇੱਛਾ ਨਾਲ ਉੱਠ ਰਹੇ ਆ। ਔਰ ਇਹਨਾਂ ਨੇ ਆਪ ਬਕਾਇਦਾ ਆ ਕੇ ਕਿਹਾ ਤੁਸੀਂ ਆਓ ਇੱਥੇ ਸਵਾਲ ਕਰਾਂਗੇ। ਔਰ ਸਾਨੂੰ ਖੁਸ਼ੀ ਜ਼ਾਹਰ ਹੈ ਵੀ ਸਾਡੇ ਜਿਹੜੇ ਖਾਤਿਆਂ 'ਚ ਬਗਰਲਾ ਬਕਾਇਆ ਵੀ ਆਊਗਾ ਔਰ ਅਸੀਂ ਬਹਾਲ ਹੋਵਾਂਗੇ। ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਸਾਰੇ ਬੇਰੁਜ਼ਗਾਰਾਂ ਨੂੰ ਅਸੀਂ ਰੁਜ਼ਗਾਰ ਦੇਵਾਂਗੇ। ਇਹਨਾਂ ਦਾ ਦੋਸ਼ ਹੈ ਕਿ ਸਾਡਾ ਰੁਜ਼ਗਾਰ ਤਾਂ ਖੋਇਆ ਜਾ ਰਿਹਾ, ਸਾਡੀ ਮਿਹਨਤ ਕੰਪਨੀਆਂ ਲੁੱਟ ਰਹੀਆਂ ਨੇ। ਨਹੀਂ, ਉਹ ਖੋਣ ਵਾਲੀ ਕੋਈ ਗੱਲ ਨਹੀਂ ਹੈ ਮਹਿੰਦੀ ਰਤਾ ਸਾਹਿਬ। ਠੀਕ ਹੈ ਜੀ, ਅਜੇ ਸਰਕਾਰ ਬਣੀ ਨੂੰ ਵੀ 4-5-6 ਮਹੀਨੇ ਹੋਏ ਆ। ਹੌਲੀ ਹੌਲੀ ਸਟੈਪ ਬਾਈ ਸਟੈਪ ਉਹ ਕਦਮ ਚੱਕਣਗੇ ਔਰ ਉਸਾਰੂ ਕਦਮ ਚੱਕਣਗੇ, ਜਿਨ੍ਹਾਂ ਨਾਲ ਸਾਰੇ ਕੋਈ ਰੁਜ਼ਗਾਰ ਦੇ ਨਵੇਂ ਮੌਕੇ ਆਉਣਗੇ, ਜਿਨ੍ਹਾਂ ਨੌਜਵਾਨਾਂ ਨੂੰ ਫਿੱਟ ਕੀਤਾ ਜਾਊਗਾ। ਸੋ ਇਸ ਗੱਲ ਦੀ ਭਰਪਾਈ ਪੂਰੀ ਕਰ ਰਹੀ ਆ ਸਰਕਾਰ ਜੀ। ਔਰ ਮੇਰੇ ਖਿਆਲ ਕੋਈ ਅਤਕਥਨੀ ਵਾਲੀ ਗੱਲ ਨਹੀਂ ਆ। ਉਹ ਥੋੜੀ ਗਲਤਫਹਿਮੀ ਸੀਗੀ, ਮਿਸਅੰਡਰਸਟੈਂਡਿੰਗ ਸੀਗੀ ਬੱਚਿਆਂ ਨੂੰ। ਉਹ ਥੋੜਾ ਮਤਲਬ ਸਤਾਏ ਹੋਏ ਮਗਰਲੀਆਂ ਕੰਪਨੀਆਂ ਦੇ ਕਾਲ ਨਾਲ ਇੱਥੇ ਧਰਨੇ ਤੇ ਆ ਕੇ ਬੈਠੇ ਸੀਗੇ, ਜੋ ਕਿ ਸਮੇਂ ਅਨੁਸਾਰ ਠੀਕ ਸੀਗਾ। ਨੇ ਹੁਣ ਸੈਟੀਸਫਾਈਡ ਨੇ ਨੌਜਵਾਨ? ਹਾਂ, ਇਹ ਸੈਟੀਸਫਾਈਡ ਨੇ। ਪ੍ਰਧਾਨ ਜੀ ਨਾਲ ਗੱਲ ਹੋਈ, ਗੁਰਵਿੰਦਰ ਹੋਣਾ ਨਾਲ ਗੱਲ ਹੋਈ ਆ। ਇਹ ਤਸੱਲੀ ਬਖਸ਼ ਹੈ ਜੀ ਇਹਨਾਂ। ਸਾਰੇ ਸੈਟੀਸਫਾਈਡ? ਹਾਂਜੀ, ਸੈਟੀਸਫਾਈਡ। ਪਾਵਰਕਾਮ ਮੀਟਰ ਰੀਡਰ ਯੂਨੀਅਨ ਦਾ 135 ਦਿਨਾਂ ਬਾਅਦ ਅੱਜ ਰੋਸ ਧਰਨਾ ਖਤਮ ਹੋ ਗਿਆ। 135 ਦਿਨਾਂ ਤੋਂ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਦੀ ਰਿਹਾਇਸ਼ ਦੇ ਸਾਹਮਣੇ ਪਹਿਲਾਂ ਬੈਠੇ ਰਹੇ, ਫਿਰ ਕੋਟਕਪੂਰਾ ਤੋਂ ਫਰੀਦਕੋਟ ਜਾਣ ਵਾਲੀ ਸੜਕ ਦੇ ਉੱਪਰ ਉਹਨਾਂ ਦਾ ਰੋਸ ਧਰਨਾ ਦਿਨ ਰਾਤ ਦਾ ਜਾਰੀ ਰਿਹਾ। ਇਸ ਦੌਰਾਨ ਉਹ ਟੈਂਕੀਆਂ ਤੇ ਵੀ ਚੜੇ, ਪੈਟਰੋਲ ਦੀਆਂ ਬੋਤਲਾਂ ਉਹਨਾਂ ਦੇ ਹੱਥਾਂ ਸਨ। ਉਹਨਾਂ ਦਾ ਸੰਘਰਸ਼ ਚਰਮ ਸੀਮਾ ਤੇ ਪਹੁੰਚ ਗਿਆ ਸੀ। ਪਰ ਅੱਜ ਉਹਨਾਂ ਦੇ ਸੂਬਾਈ ਪ੍ਰਧਾਨ ਨੇ ਮੇਜਰ ਸਿੰਘ, ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਨੇ ਗੁਰਵਿੰਦਰ ਸਿੰਘ ਕਾਲੋਂ, ਉਹਨਾਂ ਦੇ ਬਾਕੀ ਜਿਹੜੇ ਪਰਮਿੰਦਰ ਸਿੰਘ ਹੋਰੀ ਸਾਥੀ, ਉਹਨਾਂ ਨੇ ਕੁਲਤਾਰ ਸਿੰਘ ਸੰਧਵਾ ਦਾ ਧੰਨਵਾਦ ਕੀਤਾ। ਉਹ ਕਹਿੰਦੇ ਨੇ ਸਪੀਕਰ ਸਾਹਿਬ ਦੇ ਯਤਨਾਂ ਸਦਕਾ ਸਾਨੂੰ ਪਿਛਲੇ ਬਕਾਏ ਵੀ ਮਿਲ ਗਏ ਨੇ ਤੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ। ਉਚੇਚੇ ਤੌਰ ਤੇ ਪਹੁੰਚੇ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ, ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਜੀ ਤੇ ਹੋਰ ਜਿਹੜੇ ਪਤਵੰਤੇ ਇੱਥੇ ਪਹੁੰਚੇ ਨੇ, ਉਹਨਾਂ ਨੇ ਉਹ ਆਫਰ ਲੈਟਰ ਉਹਨਾਂ ਨੂੰ ਸੌਂਪੇ ਨੇ। ਸੋ ਹੁਣ ਇੱਕ ਵਾਰੀ ਇਹਨਾਂ ਦਾ ਫਿਲਹਾਲ ਇਹ ਰੋਸ ਧਰਨਾ ਖਤਮ ਹੋ ਗਿਆ। ਕੋਟਕਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ।